ਹੈਲੋ एवरीवन ਮਾਈ ਸੈਲਫ ਮਨਪ੍ਰੀਤ ਐਂਡ ਵੈਲਕਮ ਹੈ ਤੁਹਾਡਾ ਨਰਸਿੰਗ ਸਕੂਪ YouTube ਚੈਨਲ ਤੇ। ਸੋ ਆਪਾਂ ਕਰ ਰਹੇ ਹਾਂ ਕੁਇਕ ਰਿਵੀਜ਼ਨ ਫॉर BFGHS ਐਂਡ GMCH ਸਟਾਫ ਨਰਸ ਐਗਜ਼ਾਮ ਐਂਡ ਦਿਸ ਇਜ਼ ਦਾ ਪਾਰਟ 4 ਆਫ ਦੀ ਕੁਇਕ ਰਿਵੀਜ਼ਨ ਸੀਰੀਜ਼। ਸੋ ਇਸ ਵੀਡੀਓ ਦੇ ਵਿੱਚ ਆਪਾਂ ਇੰਪੋਰਟੈਂਟ MCQs ਦੇਖਾਂਗੇ ਐਂਡ ਵਿਲ ਟਰਾਈ ਟੂ ਲਰਨ ਦਾ ਰਿਲੇਟਡ ਟਰਮਸ ਐਂਡ ਕਨਸੈਪਟਸ ਆਲਸੋ। ਸੋ ਇਫ ਯੂ ਆਰ ਵਿਜ਼ਿਟਿੰਗ ਦਿਸ ਚੈਨਲ ਫਸਟ ਟਾਈਮ ਐਂਡ ਤੁਸੀਂ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਦੈਨ ਡੂ ਸਬਸਕ੍ਰਾਈਬ ਦਾ ਚੈਨਲ ਸੋ ਡੈਟ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਟਾਈਮ 'ਤੇ ਮਿਲੇ। ਐਂਡ ਇਹਦੇ ਨਾਲ ਤੁਸੀਂ ਫੇਸਬੁੱਕ ਪੇਜ ਐਂਡ ਟੈਲੀਗ੍ਰਾਮ ਪੇਜ ਨੂੰ ਵੀ ਜੁਆਇਨ ਕਰ ਸਕਦੇ ਆ ਨਰਸਿੰਗ ਸਕੂਪ ਦੇ ਨਾਮ 'ਤੇ ਹੀ ਆ ਐਂਡ ਉਹਦੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਐਂਡ ਕਮੈਂਟ ਸੈਕਸ਼ਨ ਦੇ ਵਿੱਚ ਮਿਲ ਜਾਣਗੇ। ਸੋ ਚਲੋ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ ਦਾ ਫਰਸਟ ਕੁਐਸਚਨ। So question is about glaucoma, ठीक है। So the nurse should consider which of the following drugs taken by the client with glaucoma. So ਕਿਹੜੀ drug ਲੈਂਦੇ ਆ in glaucoma? So drugs that increase the intraocular pressure, drugs that decrease the intraocular pressure, drugs which decrease the vitreous humor or drugs which causes the anesthesia. ਸੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਗਲੂਕੋਮਾ ਦੀ ਪੈਥੋਫਿਜ਼ੀਓਲੋਜੀ ਕੀ ਆ। ਸੋ ਐਟ ਦ ਐਂਡ ਕੀ ਹੁੰਦਾ ਹੈ ਗਲੂਕੋਮਾ ਦੇ ਵਿੱਚ ਜੋ ਇੰਟਰਾ ਓਕੂਲਰ ਪ੍ਰੈਸ਼ਰ ਆ ਉਹ ਇਨਕਰੀਜ਼ ਹੋ ਜਾਂਦਾ, ਠੀਕ ਹੈ। ਸੋ ਇਹਦੇ ਨਾਲ ਇੱਕ ਹੋਰ ਰਿਲੇਟਡ ਕੁਐਸਚਨ ਬਣਦਾ ਕਿ ਨੋਰਮਲ ਇੰਟਰਾਓਕੂਲਰ ਪ੍ਰੈਸ਼ਰ ਕਿੰਨਾ ਹੁੰਦਾ ਆ ਐਂਡ ਇਹ ਮੈਂ ਬਹੁਤ ਵਾਰੀ ਪਹਿਲਾਂ ਵੀ ਵੀਡੀਓਜ਼ ਦੇ ਵਿੱਚ ਡਿਸਕਸ ਕੀਤਾ ਹੋਇਆ ਆ। ਹੁਣ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸੋਗੇ ਕਿ ਵਾਟ ਇਜ਼ ਦਾ ਨੋਰਮਲ ਰੇਂਜ ਆਫ ਇੰਟਰਾਓਕੂਲਰ ਪ੍ਰੈਸ਼ਰ, ਠੀਕ ਹੈ। ਸੋ ਇਹ ਵੀ ਕੁਐਸਚਨ ਇੱਕ ਬਣਦਾ ਆ। ਸੋ ਗਲੂਕੋਮਾ ਦੇ ਵਿੱਚ ਇੰਟਰਾਓਕੂਲਰ ਪ੍ਰੈਸ਼ਰ ਇਨਕਰੀਜ਼ ਹੁੰਦਾ ਆ। ਸੋ ਆਪਸ਼ਨ ਏ ਤਾਂ ਬਿਲਕੁਲ ਰੋਂਗ ਹੋ ਗਿਆ ਫਿਰ, ਠੀਕ ਹੈ। ਸੋ ਆਪਸ਼ਨ ਬੀ ਹੈਗਾ ਡਿਕਰੀਜ਼ ਦੀ ਇੰਟਰਾਓਕੂਲਰ ਪ੍ਰੈਸ਼ਰ। ਸੋ ਦਿਸ ਇਜ਼ ਦੀ ਕਰੈਕਟ ਆਪਸ਼ਨ। ਗਲੂਕੋਮਾ ਦੇ ਵਿੱਚ ਆਪਾਂ ਉਹ ਡਰੱਗਸ ਦਿੰਨੇ ਆ ਡੈਟ ਡਿਕਰੀਜ਼ ਦੀ ਇੰਟਰਾਓਕੂਲਰ ਪ੍ਰੈਸ਼ਰ, ਠੀਕ ਹੈ। ਸੋ ਇੰਟਰਾਓਕੂਲਰ ਪ੍ਰੈਸ਼ਰ ਕਿੱਦਾਂ ਡਿਕਰੀਜ਼ ਹੁੰਦਾ ਆ ਵਾਈ ਡਿਕਰੀਜ਼ਿੰਗ ਦੀ ਐਕੁਅਸ ਹਿਊਮਰ ਇਨ ਦਾ ਐਂਟੀਰੀਅਰ ਆਈ ਚੈਂਬਰ, ਠੀਕ ਹੈ। ਸੋ ਵਿਟਰਸ ਹਿਊਮਰ ਨਹੀਂ ਹੁੰਦਾ ਇੱਥੇ, ਐਕੁਅਸ ਹਿਊਮਰ ਹੁੰਦਾ ਤਾਂ ਇਹ ਆਪਸ਼ਨ ਸਹੀ ਹੋ ਸਕਦਾ ਸੀਗਾ। ਸੋ ਆਪਸ਼ਨ ਸੀ ਵੀ ਗਲਤ ਹੋ ਗਿਆ, ਡੀ ਵੀ ਗਲਤ ਐਂਡ ਏ ਵੀ ਗਲਤ ਆ। ਸੋ ਹੀਅਰ ਦਾ ਰਾਈਟ ਆਂਸਰ ਇਜ਼ ਆਪਸ਼ਨ ਬੀ। ਸੋ ਇੱਥੇ ਇੱਕ ਹੋਰ ਕੁਐਸਚਨ ਤੁਸੀਂ ਦੇਖਣਾ ਆ ਕਿ ਵਟ ਆਰ ਦਾ ਕਾਮਨਲੀ ਯੂਜ਼ਡ ਡਰੱਗਸ ਵਿਚ ਡਿਕਰੀਜ਼ਸ ਦੀ ਇੰਟਰਾਓਕੂਲਰ ਪ੍ਰੈਸ਼ਰ। ਅਗਰ ਤੁਹਾਨੂੰ ਪਤਾ ਹੈ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਕਾਮਨਲੀ ਯੂਜ਼ਡ ਡਰੱਗਸ ਦੇ ਨਾਮ ਲਿਖ ਸਕਦੇ ਆ। ਓਕੇ, ਸੋ ਇਹਦੇ ਨਾਲ ਆਪਾਂ ਦੇਖਦੇ ਹਾਂ ਨੈਕਸਟ ਕੁਐਸਚਨ। ਸੋ ਬਹੁਤ ਇੰਪੋਰਟੈਂਟ ਕੁਐਸਚਨ ਹੈ ਐਂਡ ਬਾਰ-ਬਾਰ ਇਹ ਕੁਐਸਚਨ ਰਿਪੀਟ ਹੁੰਦਾ ਰਹਿੰਦਾ ਹੈ। ਸੋ ਨਰਸ ਪਰਫਾਰਮ ਵਿਚ ਪਾਰਟ ਆਫ ਗੈਸਟ੍ਰੋਇੰਟੈਸਟੀਨਲ ਅਸੈਸਮੈਂਟ ਫਸਟ। ਸੋ ਗੈਸਟ੍ਰੋਇੰਟੈਸਟੀਨਲ ਅਸੈਸਮੈਂਟ ਦੇ ਵਿੱਚ ਫਰਸਟਲੀ ਆਪਾਂ ਕੀ ਕਰਦੇ ਹਾਂ ਅਸਕਲਟੇਸ਼ਨ, ਪਾਲਪੇਸ਼ਨ, ਇਨਸਪੈਕਸ਼ਨ ਔਰ ਪਰਕਸ਼ਨ। ਸੋ ਇਹ ਕੁਐਸਚਨ ਬਹੁਤ ਈਜ਼ੀ ਆ, ਸਭ ਨੂੰ ਪਤਾ ਹੀ ਆ ਕਿ ਸਭ ਤੋਂ ਪਹਿਲਾਂ ਕੀ ਕਰਦੇ ਆ ਇਨਸਪੈਕਸ਼ਨ ਕਰਦੇ ਆ, ਠੀਕ ਹੈ। ਸੋ ਹੇਅਰ ਰਾਈਟ ਆਂਸਰ ਆਫ ਦਿਸ ਕੁਐਸਚਨ ਇਜ਼ ਆਪਸ਼ਨ ਸੀ ਇਨਸਪੈਕਸ਼ਨ। ਹੁਣ ਤੁਸੀਂ ਯਾਦ ਕੀ ਕਰਨਾ ਇਹ ਕੁਐਸਚਨ ਮੈਂ ਕਿਉਂ ਇਨਕਲੂਡ ਕੀਤਾ ਬਿਕੋਜ਼ ਇਹਦੇ ਤੇ ਕੀ ਹੁੰਦਾ ਸੀਕੁਐਂਸ ਅਰੇਂਜ ਕਰਨ ਨੂੰ ਕਹਿ ਦਿੰਦੇ ਆ, ਠੀਕ ਹੈ। ਫਿਜ਼ੀਕਲ ਅਸੈਸਮੈਂਟ ਦੇ ਵਿੱਚ ਜੋ ਆਰਡਰ ਹੁੰਦਾ ਹੈ ਡੈਟ ਇਜ਼ ਫਸਟਲੀ ਇਨਸਪੈਕਸ਼ਨ ਹੁੰਦਾ, ਦੈਨ ਹੁੰਦਾ ਪਾਲਪੇਸ਼ਨ, ਦੈਨ ਹੁੰਦਾ ਪਰਕਸ਼ਨ ਐਂਡ ਦੈਨ ਅਸਕਲਟੇਸ਼ਨ ਹੁੰਦਾ। ਇਨਸਪੈਕਸ਼ਨ, ਪਾਲਪੇਸ਼ਨ, ਪਰਕਸ਼ਨ ਐਂਡ ਅਸਕਲਟੇਸ਼ਨ ਇਟ ਇਜ਼ ਦਾ ਆਰਡਰ ਆਫ ਦੀ ਫਿਜ਼ੀਕਲ ਅਸੈਸਮੈਂਟ। ਬਟ ਇਨ ਕੇਸ ਆਫ ਅਬਡੋਮੀਨਲ ਐਗਜ਼ਾਮੀਨੇਸ਼ਨ ਐਕਸੈਪਸ਼ਨ ਹੁੰਦੀ ਆ। ਕੀ ਐਕਸੈਪਸ਼ਨ ਹੁੰਦੀ ਆ? ਫਰਸਟ ਪੁਆਇੰਟ ਤਾਂ ਇਨਸਪੈਕਸ਼ਨ ਹੀ ਰਹੂਗਾ, ਸੈਕਿੰਡ ਅਸਕਲਟੇਸ਼ਨ ਆ ਜਾਊਗਾ, ਦੈਨ ਥਰਡ ਪਰਕਸ਼ਨ ਆਊਗਾ ਐਂਡ ਫੋਰਥ ਆਊਗਾ ਪਾਲਪੇਸ਼ਨ। ਸੋ ਇੱਥੇ ਆਪਾਂ ਪਾਲਪੇਸ਼ਨ ਐਟ ਦੀ ਲਾਸਟ ਕਰਦੇ ਹਾਂ। ਕਿਉਂ? ਬਿਕੋਜ਼ ਪਾਲਪੇਟ ਕਰਨ ਦੇ ਨਾਲ ਜੋ ਬੋਵਲ ਸਾਊਂਡਸ ਆ ਉਹਨਾਂ ਦੀ ਡਿਸਟਰਬੈਂਸ ਹੋ ਸਕਦੀ ਆ, ਆਲਟਰ ਹੋ ਸਕਦੀ ਆ। ਇਸ ਕਰਕੇ ਇਨ ਕੇਸ ਆਫ ਅਬਡੋਮੀਨਲ ਐਗਜ਼ਾਮੀਨੇਸ਼ਨ ਇਨਸਪੈਕਸ਼ਨ, ਅਸਕਲਟੇਸ਼ਨ, ਪਰਕਸ਼ਨ ਐਂਡ ਪਾਲਪੇਸ਼ਨ ਹੁੰਦਾ। ਸੋ ਕਈ ਵਾਰੀ ਇਹ ਸੀਕੁਐਂਸ ਪੁੱਛ ਲਈ ਜਾਂਦੀ ਆ, ਇਸ ਕਰਕੇ ਮੈਂ ਜਾਣ ਕੇ ਇਹ ਵਾਲਾ ਕੁਐਸਚਨ ਇੱਥੇ ਇਨਕਲੂਡ ਕੀਤਾ ਸੀਗਾ ਸੋ ਡੈਟ ਤੁਹਾਨੂੰ ਇਹ ਆਰਡਰ ਬਿਲਕੁਲ ਪਤਾ ਹੋਵੇ ਕਿ ਇਨ ਕੇਸ ਆਫ ਜਨਰਲ ਐਗਜ਼ਾਮੀਨੇਸ਼ਨ ਐਂਡ ਇਨ ਕੇਸ ਆਫ ਅਬਡੋਮੀਨਲ ਐਗਜ਼ਾਮੀਨੇਸ਼ਨ ਆਪਾਂ ਕੀ ਸੀਕੁਐਂਸ ਫੋਲੋ ਕਰਦੇ ਹਾਂ। ਸੋ ਆਈ ਹੋਪ ਤੁਸੀਂ ਇਹ ਨੋਟਸ ਨਾਲੋਂ ਨਾਲ ਬਣਾਈ ਜਾਓ ਜੋ ਵੀ ਇੰਪੋਰਟੈਂਟ ਪੁਆਇੰਟਰਸ ਇੱਥੇ ਮੈਂ ਡਿਸਕਸ ਕਰ ਰਹੀ ਹਾਂ। ਆਉਣ ਵਾਲੇ ਐਗਜ਼ਾਮਸ ਦੇ ਲਈ ਇਹ ਸਾਰੇ ਪੁਆਇੰਟਰਸ ਬਹੁਤ ਇੰਪੋਰਟੈਂਟ ਆ। Okay, so with this moving towards our next question. So next question is a client who has a scabies. So what is scabies? Scabies is actually a itching skin condition hundi hai and it is very contagious disease and this spread quickly through the physical contacts, theek hai। So person with scabies has been admitted in a medical unit. So the nurse knows she should use which of the following precautions when caring for this client. ਸੋ ਮੈਂ ਪਹਿਲਾਂ ਹੀ ਤੁਹਾਨੂੰ ਦੱਸਦਾ ਕਿ ਸਕੇਬੀਜ਼ ਜੋ ਹੁੰਦੀ ਆ ਕੰਟੇਜੀਅਸ ਆ ਐਂਡ ਦਿਸ ਸਪਰੈਡਸ ਥਰੂ ਦਾ ਫਿਜ਼ੀਕਲ ਕੰਟੈਕਟ। ਹੁਣ ਫਿਜ਼ੀਕਲ ਕੰਟੈਕਟ ਦੇ ਥਰੂ ਸਪਰੈਡ ਹੁੰਦੀ ਆ ਤਾਂ ਕਿਹੜੀ ਪ੍ਰੀਕਾਸ਼ਨ ਲਵਾਂਗੇ? ਕੰਟੈਕਟ ਪ੍ਰੀਕਾਸ਼ਨਸ ਲਵਾਂਗੇ, ਠੀਕ ਹੈ।
ਸੋ ਡ੍ਰੌਪਲੇਟ ਪ੍ਰੀਕॉशनस नहीं ਲੈਣੇ ਬਿਕੋਜ਼ ਇਹ ਡ੍ਰੌਪਲੇਟਸ ਥਰੂ ਨਹੀਂ ਸਪਰੈਡ ਹੁੰਦੀ, ਏਅਰਬੋਰਨ ਵੀ ਨਹੀਂ ਲੈਣੇ ਕਿਉਂਕਿ ਏਅਰ ਥਰੂ ਇਹਦੀ ਟ੍ਰਾਂਸਮਿਸ਼ਨ ਨਹੀਂ ਹੁੰਦੀ। ਐਂਡ ਆਪਸ਼ਨ ਡੀ ਇਜ਼ ਪ੍ਰੀਕॉशनस ਆਰ ਨਾਟ ਨੈਸੈਸਰੀ ਵਿਦ ਦਿਸ ਕਲਾਇੰਟ। ਸੋ ਦਿਸ ਆਪਸ਼ਨ ਇਜ਼ ਅਗੇਨ ਰੋਂਗ ਬਿਕੋਜ਼ ਸਟੈਂਡਰਡ ਪ੍ਰੀਕॉशनस ਤੁਸੀਂ ਹਮੇਸ਼ਾ ਫੋਲੋ ਕਰਨੀਆਂ ਹੁੰਦੀਆਂ ਵੈਨ ਹੈਂਡਲਿੰਗ ਐਨੀ ਕਾइंड ऑफ द बॉडी फ्लूइड्स एंड blood, ठीक है। सो here the right answer of this question is option C, contact precautions in case of the scabies, clear। So with this, moving towards the next question, and next question is about tonic-clonic seizures. So client is having tonic-clonic seizures, so which of the following should nurse do first? So सब तो पहला की करना, जो first nursing action की होना चाहिए। ऑप्शंस हैगे हैं, चेक द क्लाइंट ब्रीदिंग। सो इट्स नॉट अ फर्स्ट एक्शन ड्यूरिंग द टॉनिक-क्लॉनिक सीजर्स, द नर्स कैन चेक द ब्रीदिंग पैटर्न आफ्टर द टॉनिक-क्लॉनिक सीजर्स, ठीक है। एंड अगर ब्रीदिंग डिफिकल्टी है देन ही कैन गो फॉर द रेस्क्यू ब्रीदिंग, ठीक है। सो दिस इज नॉट अ फर्स्ट इंटरवेंशन। सो नेक्स्ट हैगा रिमूव द ऑब्जेक्ट्स फ्रॉम द क्लाइंट सराउंडिंग। सो दिस इज एब्सोल्युटली करेक्ट ऑप्शन। सो फर्स्ट एक्शन की होना चाहिए, रिमूव एनी काइंड ऑफ आर्टिकल और ऑब्जेक्ट्स फ्रॉम द क्लाइंट एनवायरमेंट, ठीक है। सो डैट टू प्रोटेक्ट द पेशेंट फ्रॉम द इंजरी, ठीक है। सो राइट ऑप्शन इत्थे होगा ऑप्शन बी। सो नेक्स्ट हैगा प्लेस अ टंग ब्लेड इन अ क्लाइंट माउथ। ये बिल्कुल नहीं करना बिकॉज दिस कैन लीड टू द इंजरी। एंड रिस्ट्रेनिंग भी नहीं करनी, रिस्ट्रेन द क्लाइंट कैन लीड टू द इंजरी। So here the right option is option B, remove the objects from the client surroundings immediately. Okay, so with this, moving towards the next question. So this question is from psychiatric nursing. A client states that the voices are telling him to hang himself. So voices ਉਹਨੂੰ ਸੁਣ ਰਹੀਆਂ and voices are telling him to hang himself. The nurse documents that the client is at risk for suicide on the basis of which of the following? So here the patient is at risk of suicide क्यों हैगा? Because some voices are coming into the patient mind and voices patient ਨੂੰ ਕਹਿ ਰਹੀਆਂ to hang the himself or herself. So what is the basis of this? ਸੋ ਫਸਟ ਆਪਸ਼ਨ ਇਹਦੇ ਵਿੱਚ ਹੈਗਾ ਇੰਟਰੈਕਟੇਬਲ ਸੈਂਸ ਆਫ ਹੋਪਲੈਸਨੈਸ। ਸੋ ਇੱਥੇ ਕਿਤੇ ਵੀ ਕੁਐਸਚਨ 'ਚ ਹੋਪਲੈਸਨੈਸ ਦਾ ਕੋਈ ਡਿਸਕ੍ਰਿਪਸ਼ਨ ਨਹੀਂ ਹੈਗੀ। ਸੋ ਹੇਅਰ ਆਪਸ਼ਨ ਏ ਬਿਲਕੁਲ ਰੋਂਗ ਆ। ਨੈਕਸਟ ਹੈਗਾ ਇਨਟੋਲਰੇਬਲ ਇਮੋਸ਼ਨਲ ਪੇਨ। ਸੋ ਇਮੋਸ਼ਨਲ ਪੇਨ ਰਿਲੇਟਡ ਇੱਥੇ ਕੁਝ ਡਿਸਕ੍ਰਿਪਸ਼ਨ ਨਹੀਂ ਹੈਗੀ, ਸੋ ਇਹ ਵੀ ਗਲਤ ਹੋ ਗਿਆ। So option C is delusion of grandeur. So delusion of grandeur is commonly seen in case of mania, ठीक है, ਜਿਹਦੇ ਵਿੱਚ patient ਨੂੰ intense feeling of pleasure ਹੁੰਦੀ ਆ। ਸੋ ਇਹ ਵੀ ਨਹੀਂ ਹੋ ਸਕਦਾ। ਐਂਡ ਆਪਸ਼ਨ ਡੀ ਹੈਗਾ command hallucinations. So this is the case of the command hallucination. So ਸਭ ਤੋਂ ਪਹਿਲਾਂ hallucinations ਕੀ ਹੁੰਦੀਆਂ? Hallucination ਹੁੰਦੀ ਆ when the client perceives something which is not actually present in the environment, ਠੀਕ ਹੈ। ਸੋ environment ਦੇ ਵਿੱਚ ਕੋਈ voice ਨਹੀਂ ਹੈਗੀ ਬਟ patient ਉਹਨੂੰ ਉਸ voice ਨੂੰ perceive ਕਰ ਰਿਹਾ, ਠੀਕ ਹੈ। ਸੋ that is the auditory hallucination ਆ ਇੱਥੇ। command hallucination ਕੀ ਹੁੰਦੀ ਆ? command hallucination is ਕਿ someone is commanding the patient, someone is providing instructions to the patient, ਠੀਕ ਹੈ। ਹੁਣ ਇੱਥੇ ਕੀ instructions provide ਕਰ ਰਿਹਾ? ਉਹ ਵੌਇਸ ਪੇਸ਼ੈਂਟ ਨੂੰ ਕਿ ਆਪਣੇ ਆਪ ਨੂੰ ਹੈਂਗ ਕਰ ਲਓ। ਸੋ ਇੱਕ ਕਮਾਂਡ ਹੈਲੂਸੀਨੇਸ਼ਨ ਨੂੰ ਆਪਾਂ ਸੈਕਿੰਡ ਪਰਸਨ ਹੈਲੂਸੀਨੇਸ਼ਨਸ ਵੀ ਕਹਿੰਦੇ ਆ ਬਿਕੋਜ਼ ਸੈਕਿੰਡ ਪਰਸਨ ਔਰ ਅਦਰ ਪਰਸਨ ਇਜ਼ ਇੰਸਟਰਕਟਿੰਗ ਦਾ ਪੇਸ਼ੈਂਟ, ਠੀਕ ਹੈ। ਸੋ ਇੱਕ ਹੁੰਦੀ ਆ ਫਸਟ ਪਰਸਨ ਹੈਲੂਸੀਨੇਸ਼ਨ। ਫਸਟ ਪਰਸਨ ਹੈਲੂਸੀਨੇਸ਼ਨ ਹੁੰਦੀ ਜਿਹਦੇ ਵਿੱਚ ਥੋਟ ਇਕੋ ਹੁੰਦੀ ਆ ਕਿ ਪੇਸ਼ੈਂਟ ਨੂੰ ਆਪਣੀ ਥੋਟ ਹੀ ਆਪਣੇ ਦਿਮਾਗ ਦੇ ਵਿੱਚ ਸੁਣਦੀ ਆ। ਸੈਕਿੰਡ ਪਰਸਨ ਹੈਲੂਸੀਨੇਸ਼ਨ ਹੁੰਦੀ ਕਮਾਂਡਿੰਗ ਹੈਲੂਸੀਨੇਸ਼ਨ, ਜਿਹਦੇ ਵਿੱਚ ਸਮਵਨ ਇਜ਼ ਪ੍ਰੋਵਾਈਡ ਦਾ ਕਮਾਂਡ ਔਰ ਇੰਸਟਰਕਸ਼ਨ ਟੂ ਦਾ ਪੇਸ਼ੈਂਟ ਐਂਡ ਪੇਸ਼ੈਂਟ ਉਹਨੂੰ ਉੱਦਾਂ ਹੀ ਫਿਰ ਫੋਲੋ ਕਰਦਾ ਆ, ਠੀਕ ਹੈ। ਸੋ ਇਹ ਹੁੰਦੀ ਸੈਕਿੰਡ ਪਰਸਨ ਹੈਲੂਸੀਨੇਸ਼ਨ। ਸੋ ਬਹੁਤ ਡੇਂਜਰਸ ਹੁੰਦੀ ਹੈ ਹੈਲੂਸੀਨੇਸ਼ਨ ਬਿਕੋਜ਼ ਜੋ ਰਿਸਕ ਆਫ ਸੁਸਾਈਡ ਹੁੰਦਾ ਆ ਬਹੁਤ ਕਾਮਨ ਹੁੰਦਾ ਆ ਇਸ ਕੇਸ ਦੇ ਵਿੱਚ। ਐਂਡ ਇੱਕ ਹੁੰਦੀ ਹੈ ਥਰਡ ਪਰਸਨ ਹੈਲੂਸੀਨੇਸ਼ਨ। ਥਰਡ ਪਰਸਨ ਹੈਲੂਸੀਨੇਸ਼ਨ ਹੁੰਦੀ ਆ ਜਿਹਦੇ ਵਿੱਚ ਅਦਰ ਪਰਸਨਸ ਆਰ ਟਾਕਿੰਗ ਅਬਾਊਟ ਦਾ ਪੇਸ਼ੈਂਟ। ਸੋ ਥਰਡ ਪਰਸਨ ਹੈਲੂਸੀਨੇਸ਼ਨ ਨੂੰ ਆਪਾਂ ਰਨਿੰਗ ਕਮੈਂਟਰੀ ਕਰਕੇ ਵੀ ਬੋਲਦੇ ਹਾਂ, ਠੀਕ ਹੈ। ਸੋ 3 ਟਾਈਪਸ ਹੁੰਦੀਆਂ ਆਡਿਟਰੀ ਹੈਲੂਸੀਨੇਸ਼ਨਸ ਦੀਆਂ ਐਂਡ ਹੇਅਰ ਇਨ ਦਿਸ ਕੇਸ ਦ ਪੇਸ਼ੈਂਟ ਇਜ਼ ਹੈਵਿੰਗ ਦੀ ਕਮਾਂਡ ਹੈਲੂਸੀਨੇਸ਼ਨਸ। ਸੋ ਹੇਅਰ ਦ ਰਾਈਟ ਆਪਸ਼ਨ ਇਜ਼ ਆਪਸ਼ਨ ਡੀ। ਸੋ ਵਿਦ ਦਿਸ ਮੂਵਿੰਗ ਟੂਵਰਡਸ ਦ ਨੈਕਸਟ ਵਨ। ਸੋ ਨੈਕਸਟ ਕੁਐਸਚਨ ਹੈਗਾ ਅ ਨਰਸ ਇਜ਼ ਪ੍ਰਪੇਅਰਿੰਗ ਟੂ ਸਕਸ਼ਨ ਅ ਕਲਾਇੰਟ ਵਿਦ ਐਂਡੋਟ੍ਰੇਕੀਅਲ ਟਿਊਬ, ਠੀਕ ਹੈ। ਸੋ ਸਕਸ਼ਨਿੰਗ ਕਰਨੀ ਹੈ ਕਲਾਇੰਟ ਦੀ ਵਿਦ ਈਟੀ ਟਿਊਬ and after ventilation, after ventilating the patient, which is the correct sequence of action for the nurse to follow during suctioning?
ਸੋ ਇੱਥੇ ਤੁਸੀਂ ਕਰੈਕਟ ਸਟੈਪਸ ਨੂੰ ਆਇਡੈਂਟੀਫਾਈ ਕਰਨਾ ਆ ਕਿਹੜੇ ਆਪਸ਼ਨ ਦੇ ਵਿੱਚ ਦਿੱਤੇ ਹੋਏ ਆ। ਸੋ ਆਪਸ਼ਨ ਏ ਇਜ਼ ਅਪਲਾਈ ਦੀ ਸਕਸ਼ਨ and insert a sterile catheter. So at the time of insertion, application of suctioning can lead to the decrease oxygen level in a airway. So ਇਹ option ਤਾਂ ਇੱਥੇ ਹੀ ਗਲਤ ਹੋ ਗਿਆ। So next ਹੈਗਾ insert a sterile catheter, insert ਕੀਤਾ, then begin to withdraw and apply suction and continue to withdraw while rotating the catheter. So this is the right sequence. ਤੁਸੀਂ ਵੈਂਟੀਲੇਟ ਕਰਨ ਤੋਂ ਬਾਅਦ ਪੇਸ਼ੈਂਟ ਨੂੰ ਸਟਰਾਈਲ ਕੈਥੇਟਰ ਇਨਸਰਟ ਕਰਦੇ ਆ, ਠੀਕ ਹੈ। ਦੈਨ ਆਫਟਰ ਇਨਸਰਟਿੰਗ ਦੀ ਸਟਰਾਈਲ ਕੈਥੇਟਰ then ਤੁਸੀਂ ਉਹਨੂੰ withdraw ਕਰਦੇ ਆ about 1 inch, ਠੀਕ ਹੈ। and at that time you can apply the suction, ਠੀਕ ਹੈ, while rotating the catheter, ਠੀਕ ਹੈ। so this is the right sequence. option B is very correct here. so option C is apply the suction and insert a sterile catheter. so ਪਹਿਲਾਂ ਹੀ ਮੈਂ ਤੁਹਾਨੂੰ ਦੱਸਤਾ ਕਿ at the time of insertion suctioning ਨਹੀਂ ਕਰਨੀ ਹੈਗੀ, this can lead to the decreased oxygen in a airway. And third next step लिखा हुआ है withdraw without rotating the catheter. so this can lead to the damage to the tracheal mucosa. so this option is wrong, ठीक है, बिल्कुल गलत ऑप्शन है। so option D किया insert a sterile catheter then begin to withdraw, apply the suction and continue to withdraw without rotating the catheter. so this sequence is again wrong, ठीक है, कि अगर तुसी उन्हें rotate नहीं कर दे then this can lead to the damage to the tracheal mucosa and also the patient will cough when the suction catheter touches the carina. so here the right answer of this question is option B, ठीक है। ਸੋ ਇੱਥੇ ਇੱਕ ਹੋਰ ਕੁਐਸਚਨ ਬਣਦਾ ਹੈ ਕਿ ਜਦ ਤੁਸੀਂ ਸਕਸ਼ਨ ਕਰਦੇ ਆ ਮੈਕਸਿਮਮ ਕਿੰਨੇ ਟਾਈਮ ਦੇ ਲਈ ਤੁਸੀਂ ਸਕਸ਼ਨ ਅਪਲਾਈ ਕਰਨਾ ਆ। ਸੋ ਇਹ ਕੁਐਸਚਨ ਵੀ ਮੈਂ ਪਹਿਲਾਂ ਡਿਸਕਸ ਕੀਤਾ ਹੋਇਆ ਆ। ਸੋ ਤੁਸੀਂ ਕਿੰਨੇ ਟਾਈਮ ਲਈ ਇੱਕ ਟਾਈਮ ਤੇ ਸਕਸ਼ਨ ਕਰ ਸਕਦੇ ਆ, ਕਮੈਂਟ ਸੈਕਸ਼ਨ ਦੇ ਵਿੱਚ ਆਨਸਰ ਕਰਨਾ ਆ, ਠੀਕ ਹੈ। ਸੋ ਇਹਦੇ ਨਾਲ ਹੀ ਆਪਾਂ ਦੇਖਦੇ ਹਾਂ ਨੈਕਸਟ ਕੁਐਸਚਨ, ਕੁਐਸਚਨ ਨੰਬਰ 22। The intensive care nurse is caring for a client requiring the mechanical ventilation. So which of the following interventions a nurse take to prevent the ventilator associated pneumonia? so ventilator associated pneumonia is a hospital associated infection. so ਇਹਨੂੰ ਪ੍ਰੀਵੈਂਟ ਕਰਨ ਦੇ ਲਈ ਤੁਸੀਂ ਕੀ ਕਰ ਸਕਦੇ ਹੋ, ਸਾਰੇ ਆਪਸ਼ਨਸ ਤੁਸੀਂ ਇੱਥੇ ਸਿਲੈਕਟ ਕਰਨੇ ਆ, ਕਲੀਅਰ। ਸੋ ਆਪਸ਼ਨ ਏ ਕੀ ਆ ਰੀਪੋਜੀਸ਼ਨ ਦਾ ਕਲਾਇੰਟ ਐਟ ਲੀਸਟ ਐਵਰੀ 2 hours, ਬਿਲਕੁਲ ਠੀਕ ਆ। and maintain the head of the bed upright at 30 to 45 degree. so ਬਿਲਕੁਲ ਸਹੀ ਆਪਸ਼ਨ ਹੈਗਾ ਆ। ਇਹ ਸਟੈਂਡਰਡ ਪ੍ਰੋਟੋਕੋਲ ਆ ਕਿ ਤੁਸੀਂ ਐਵਰੀ 2 hours ਲਈ ਪੇਸ਼ੈਂਟ ਦੀ ਰੀਪੋਜੀਸ਼ਨਿੰਗ ਕਰਨੀ ਆ ਐਂਡ ਅਗਰ ਕੋਈ ਕਾਂਟਰਾਇੰਡੀਕੇਸ਼ਨ ਨਹੀਂ ਹੈਗੀ ਦੈਨ ਪੇਸ਼ੈਂਟ ਨੂੰ ਤੁਸੀਂ 30 to 45 ਡਿਗਰੀ ਤੇ ਹੈਡ ਐਲੀਵੇਸ਼ਨ ਕਰਨਾ ਆ, ਠੀਕ ਹੈ। ਸੋ ਨੈਕਸਟ ਆਪਸ਼ਨ ਬੀ ਹੈਗਾ ਪ੍ਰਮੋਟ ਦ ਨਿਊਟ੍ਰੀਸ਼ਨ with the use of nasogastric tube and high caloric feeding. so in case of ventilator associated pneumonia nasogastric tube ਨੂੰ ਉਨਾ ਪ੍ਰੈਫਰ ਨਹੀਂ ਕੀਤਾ ਜਾਂਦਾ because this can lead to the sinusitis, ਠੀਕ ਹੈ। so sinusitis can increase the chances of the ventilator associated pneumonia. so nasogastric tube ਦੀ ਜਗ੍ਹਾ ਤੇ orogastric tube ਨੂੰ ਜ਼ਿਆਦਾ ਪ੍ਰੈਫਰ ਕੀਤਾ ਜਾਂਦਾ, ਠੀਕ ਹੈ। so ਇੱਥੇ ਇਹ ਤੁਸੀਂ ਇੰਟਰਵੈਂਸ਼ਨ ਨਹੀਂ ਸਿਲੈਕਟ ਕਰਨੀ ਹੈਗੀ, so this is a wrong option. so option C is suction the oral and pharynx secretions and provide the thorough oral care at least every 2 hourly. so ਬਿਲਕੁਲ ਸਹੀ ਹੈਗਾ ਆ। ਜੋ oral and pharynx secretions excessive secretions ਆ ਉਹਨੂੰ ਤੁਸੀਂ suction out ਕਰਨਾ ਆ because the excessive secretions can put the patient at increased risk of the ventilator associated pneumonia with the aspirations of that secretions and oral care every 2 hours ਲਈ ਦੇਣੀ ਆ and ਇਹਦੇ ਲਈ ਤੁਸੀਂ chlorhexidine ਜੋ mouth wash ਆਉਂਦਾ ਆ ਉਹ ਵੀ use ਕਰ ਸਕਦੇ ਆ। so here option C is correct. option D किया assess the client for sedation reduction and weaning means के extubation readiness. so reduction in duration of the mechanical ventilation, sedation reduction and weaning, this can decrease the risk of the ventilator associated pneumonia. so option D बिल्कुल सही है। option E is perform the hand hygiene before and after caring of the client. so before and after touching the patient and before and after caring the client hand hygiene perform ਕਰਨੀ ਹੁੰਦੀ ਆ। so this reduce the risk of the ventilator associated pneumonia and ਨਾਲ ਕੀ ਲਿਖ ਰਿਹਾ ਕਿ and implement the prophylactic intravenous antibiotic therapy. but here prophylactic intravenous antibiotic therapy is not recommended, okay। so option E ਇੱਥੇ ਗਲਤ ਹੋ ਜਾਂਦਾ ਹੈ। so here the right options are option A, C and D. to reduce the risk of the ventilator associated pneumonia you have to follow all these interventions, clear।
So with this, moving towards the next question. So next question is, a client is admitted to the hospital with diagnosis of the chronic bronchitis. So he has a 10-year history of emphysema. So now should place the patient in which of the following position? ऑप्शंस ਦਿੱਤੇ ਹੋਏ ਆ ਸਾਈਡਲਾਈਨ ਪੋਜੀਸ਼ਨ, ਸਪਾਈਨ ਪੋਜੀਸ਼ਨ, ਹਾਈ ਫਾਲਰ ਪੋਜੀਸ਼ਨ ਔਰ ਸੈਮੀ ਫਾਲਰ ਪੋਜੀਸ਼ਨ। ਸੋ ਇਹ ਮੈਂ ਪੋਜੀਸ਼ਨਿੰਗ ਵਾਲੀ ਵੀਡੀਓ 'ਚ ਵੀ ਡਿਸਕਸ ਕੀਤਾ ਸੀਗਾ ਇਹ ਕੁਐਸਚਨ ਕਿ ਪੇਸ਼ੈਂਟ ਹੂ ਆਰ ਐਟ ਇਨਕਰੀਜ਼ ਰਿਸਕ ਆਫ ਦੀ ਰੈਸਪੀਰੇਟਰੀ ਐਂਡ ਕਾਰਡੀਅਕ ਡਿਸਫੰਕਸ਼ਨਸ, ਉਹਦੇ ਲਈ ਤੁਸੀਂ ਪੇਸ਼ੈਂਟ ਨੂੰ ਹਾਈ ਫਾਲੋਅਰ ਪੋਜੀਸ਼ਨ ਦੇਣੀ ਹੁੰਦੀ ਹੈ, ਬਿਕੋਜ਼ ਇਹਦੇ ਨਾਲ ਕੀ ਹੁੰਦਾ ਹੈ ਕਿ ਪੇਸ਼ੈਂਟ ਦੀ ਲੰਗ ਐਕਸਪੈਂਸ਼ਨ ਹੋ ਜਾਂਦੀ ਹੈ ਐਂਡ ਬਰੀਦਿੰਗ ਈਜ਼ ਹੋ ਜਾਂਦੀ ਆ। ਸੋ ਹੇਅਰ ਦ ਰਾਈਟ ਆਪਸ਼ਨ ਇਜ਼ ਆਪਸ਼ਨ ਸੀ, ਹਾਈ ਫਾਲੋਅਰ ਪੋਜੀਸ਼ਨ। ਠੀਕ ਹੈ। ਸੋ ਨੈਕਸਟ ਕੁਐਸਚਨ ਇਜ਼, a 23-year-old client develops the cardiac tamponade when car he was driving hits the telephone pole. So कि वह accident होया and the patient develops the cardiac tamponade. And here the nurse helps the physician in performing the pericardiocenthesis. So what is pericardiocenthesis? It is the removal of the fluid from the pericardial sac. So which outcome would indicate that the pericardiocenthesis has been effective? So ਇਹਨਾਂ ਵਿੱਚੋਂ ਕਿਹੜਾ ਸਾਈਨ ਹੋਊਗਾ ਜੋ ਕਿ ਇੰਡੀਕੇਟ ਕਰੂਗਾ ਕਿ ਜੋ ਪ੍ਰੋਸੀਜਰ ਪੈਰੀਕਾਰਡੀਓਸਿੰਥੇਸਿਸ ਹੋਇਆ ਉਹ ਇਫੈਕਟਿਵ ਆ? ਆਪਸ਼ਨਸ ਹੈਗੇ ਆ ਨੈਕ ਵੇਨ ਡਿਸਟੈਂਸ਼ਨ, ਆਪਸ਼ਨ ਬੀ ਹੈਗਾ ਪਲਸਸ ਪੈਰਾਡੋਕਸਸ, ਆਪਸ਼ਨ ਸੀ ਹੈਗਾ ਇਨਕਰੀਜ਼ ਬਲੱਡ ਪ੍ਰੈਸ਼ਰ ਐਂਡ ਆਪਸ਼ਨ ਡੀ ਇਜ਼ ਮਫਲਡ ਹਾਰਟ ਸਾਊਂਡ। ਸੋ ਦੇਖੋ ਸਭ ਤੋਂ ਪਹਿਲਾਂ ਇਸ ਕੰਡੀਸ਼ਨ 'ਚ ਹੁੰਦਾ ਕੀ ਆ, ਜੋ ਆਪਣਾ ਪੈਰੀਕਾਰਡੀਅਲ ਸੈਕ ਆ ਉੱਥੇ ਕੀ ਹੁੰਦਾ ਹੈ, ਫਲੂਇਡ ਅਕਮੂਲੇਸ਼ਨ ਸਟਾਰਟ ਹੋ ਜਾਂਦੀ ਆ ਐਂਡ ਡਿਊ ਟੂ ਡੈਟ ਫਲੂਇਡ ਅਕਮੂਲੇਸ਼ਨ ਜੋ ਕਾਰਡੀਅਕ ਆਊਟਪੁੱਟ ਆ ਉਹ ਡਿਕਰੀਜ਼ ਹੋ ਜਾਂਦੀ ਆ ਐਂਡ ਪੇਸ਼ੈਂਟ ਗੋਜ਼ ਇਨਟੂ ਦੀ ਹਾਈਪੋਟੈਂਸ਼ਨ। ਸੋ ਇਹ ਜੋ ਪ੍ਰੋਸੀਜਰ ਪੈਰੀਕਾਰਡੀਓਸਿੰਥੇਸਿਸ ਪਰਫਾਰਮ ਕਰ ਰਹੇ ਆ ਫਿਜ਼ੀਸ਼ੀਅਨ, ਉਹਦਾ ਮੇਨ ਗੋਲ ਇਹੀ ਆ ਟੂ ਇਨਕਰੀਜ਼ ਦੀ ਬਲੱਡ ਪ੍ਰੈਸ਼ਰ, ਬਿਕੋਜ਼ ਦਿਸ ਕੰਡੀਸ਼ਨ ਪੋਜ਼ ਦਾ ਪੇਸ਼ੈਂਟ ਐਟ ਰਿਸਕ ਆਫ ਦੀ ਹਾਈਪੋਟੈਂਸ਼ਨ। ਠੀਕ ਹੈ। ਸੋ ਅਗਰ ਪੈਰੀਕਾਰਡੀਓਸਿੰਥੇਸਿਸ ਇਫੈਕਟਿਵ ਹੈ ਦੈਨ ਪੇਸ਼ੈਂਟ ਦਾ ਬੀਪੀ ਕੀ ਆ, ਇਨਕਰੀਜ਼ ਹੋਣ ਲੱਗ ਪਊਗਾ, ਮੀਨਸ ਕਿ ਨੋਰਮਲ ਹੋਣ ਲੱਗ ਪਊਗਾ। ਸੋ ਹੇਅਰ ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ ਆਫ ਦਿਸ ਕੁਐਸਚਨ। ਜੋ ਬਾਕੀ ਹੈਗੇ ਆ ਨੈਕ ਵੇਨ ਡਿਸਟੈਂਸ਼ਨ, ਪਲਸਸ ਪੈਰਾਡੋਕਸਸ ਐਂਡ ਮਫਲਡ ਹਾਰਟ ਸਾਊਂਡ, ਇਹ ਤਾਂ ਸਾਈਨ ਹੈਗੇ ਆ ਕਾਰਡੀਅਕ ਟੈਂਪੋਨੇਟ ਦੇ। ਕਲੀਅਰ? ਸੋ ਵਿਦ ਦਿਸ ਮੂਵਿੰਗ ਟੂਵਰਡਸ ਦ ਲਾਸਟ ਕੁਐਸਚਨ ਆਫ ਟੂਡੇਜ਼ ਵੀਡੀਓ। So question is, which substance is associated with abnormal values early in course of the multiple myeloma? So in early case of the multiple myeloma, ਇਹਨਾਂ ਵਿੱਚੋਂ ਕਿਹੜੀ value abnormal ਹੋਊਗੀ? Immunoglobulins, platelets, RBCs and WBCs. So what is multiple myeloma? It is the condition characterized by malignancy of the plasma cells. ठीक है। सो प्लाज्मा सेल्स ਦੀ ਮੈਲੀਗਨੈਂਸੀ ਹੁੰਦੀ ਆ ਐਂਡ ਦਿਸ ਕੰਡੀਸ਼ਨ ਇਜ਼ ਕਰੈਕਟਰਾਈਜ਼ਡ ਬਾਈ ਇਨਕਰੀਜ਼ ਅਮਾਊਂਟ ਆਫ ਦੀ ਇਮਿਊਨੋਗਲੋਬੁਲਿਨਸ। ਠੀਕ ਹੈ। ਐਂਡ ਦੀਜ਼ ਇਮਿਊਨੋਗਲੋਬੁਲਿਨਸ ਆਰ ਨਾਟ ਫੰਕਸ਼ਨਲ। ਠੀਕ ਹੈ। ਸੋ ਜੋ ਇਨਕਰੀਜ਼ ਪਲਾਜ਼ਮਾ ਹੈਗਾ ਆ ਉਹ ਇਨਕਰੀਜ਼ ਕਰਦਾ ਆ ਇਮਿਊਨੋਗਲੋਬੁਲਿਨ ਪ੍ਰੋਡਕਸ਼ਨ। ਠੀਕ ਹੈ। ਸੋ ਹੁਣ ਇਸ ਕੰਡੀਸ਼ਨ ਦੇ ਵਿੱਚ ਪਲਾਜ਼ਮਾ ਸੈਲਸ ਦੀ ਕੀ ਆ, ਮੈਲੀਗਨੈਂਸੀ ਹੋ ਗਈ ਆ। ਠੀਕ ਹੈ। ਪਲਾਜ਼ਮਾ ਸੈਲਸ ਜ਼ਿਆਦਾ ਪ੍ਰੋਡਿਊਸ ਹੋ ਰਹੇ ਆ। ਸੋ ਉਹਦੇ ਨਾਲ ਬੋਨ ਮੈਰੋ ਦੇ ਵਿੱਚ ਜੋ ਆਰਬੀਸੀਸ ਦੀ ਪ੍ਰੋਡਕਸ਼ਨ ਆ ਉਹ ਡਿਕਰੀਜ਼ ਹੋ ਜਾਊਗੀ। ਠੀਕ ਹੈ। ਸੋ ਆਪਸ਼ਨ ਸੀ ਨਹੀਂ ਹੋ ਸਕਦਾ ਇੱਥੇ। ਸੋ ਲੇਟਰ ਔਨ ਜਾ ਕੇ ਕੀ ਹੁੰਦਾ ਆ, WBCs ਐਂਡ ਪਲੇਟਲੇਟਸ ਦੀ ਪ੍ਰੋਡਕਸ਼ਨ ਵੀ ਡਿਕਰੀਜ਼ ਹੋ ਜਾਂਦੀ ਆ ਡਿਊ ਟੂ ਇਨਕਰੀਜ਼ ਪ੍ਰੋਡਕਸ਼ਨ ਆਫ ਦੀ plasma. So here the right answer of this question is the increased production of the immunoglobulins. So this happens in earlier phase of the multiple myeloma. Clear? So that's all about the today's video. So ਹੁਣ ਤੱਕ ਆਪਾਂ 25 total questions discuss ਕੀਤੇ ਆ ਐਂਡ ਇਹਨਾਂ ਕੁਐਸਚਨਸ ਦੇ ਅਰਾਊਂਡ ਜੋ ਹੋਰ ਕੁਐਸਚਨਸ ਬਣ ਸਕਦੇ ਆ ਉਹ ਵੀ ਮੈਂ ਤੁਹਾਡੇ ਨਾਲ ਡਿਸਕਸ ਕਰ ਰਹੀ ਹਾਂ। ਐਂਡ ਅਗਰ ਤੁਹਾਨੂੰ ਕੁਐਸਚਨ ਦੇ ਆਨਸਰ ਨਹੀਂ ਪਤਾ ਦੈਨ ਤੁਸੀਂ ਆਪਣੀ ਟੈਕਸਟ ਬੁੱਕਸ ਤੋਂ ਜਾ ਕੇ ਜਾਂ ਗੂਗਲ ਤੋਂ ਸਰਚ ਕਰਕੇ ਕਮੈਂਟ ਡਾਊਨ ਜ਼ਰੂਰ ਕਰਿਆ ਕਰੋ। ਸੋ ਉਹਦੇ ਨਾਲ ਤੁਹਾਡੀ ਹੀ ਪ੍ਰੈਕਟਿਸ ਹੋਊਗੀ। ਸੋ ਵੀਡੀਓਜ਼ ਕਿੱਦਾਂ ਲੱਗ ਰਹੀਆਂ ਆਪਣੀ ਫੀਡਬੈਕ ਤੁਸੀਂ ਕਮੈਂਟ ਸੈਕਸ਼ਨ 'ਚ ਪ੍ਰੋਵਾਈਡ ਕਰ ਸਕਦੇ ਆ। ਐਂਡ ਇਸ ਚੈਨਲ ਦੀ ਸਪੋਰਟ ਲਈ, ਮੇਰੀ ਸਪੋਰਟ ਦੇ ਲਈ ਤੁਸੀਂ ਵੀਡੀਓਜ਼ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ। ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਵੀਡੀਓਜ਼ ਨੂੰ ਤੁਸੀਂ ਲਾਈਕ ਕਰ ਸਕਦੇ ਆ। ਸੋ ਇੱਥੇ ਹੀ ਆਪਾਂ ਇਸ ਵੀਡੀਓ ਨੂੰ ਖਤਮ ਕਰਦੇ ਹਾਂ। ਸੋ ਕੱਲ੍ਹ ਮਿਲਾਂਗੇ ਆਪਣੀ ਨਵੀਂ ਵੀਡੀਓ ਦੇ ਵਿੱਚ। ਸੋ ਸਟੇ ਕਨੈਕਟਡ ਵਿਦ ਨਰਸਿੰਗ ਸਕੂਪ ਐਂਡ ਥੈਂਕ ਯੂ ਸੋ ਮਚ ਫॉर ਵਾਚਿੰਗ।